ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਲੈ ਕੇ ਕਿ ਉਹਨਾਂ ਦਾ ਜਦੋਂ ਉਹਨਾਂ ਦੇ ਵੱਲੋਂ ਇੱਕ ਗੱਦੇ ਦੇ ਉੱਤੇ ਵੀਸ ਨੂੰ ਲਟਾਇਆ ਗਿਆ ਸੀ ਤਾਂ ਇਹ ਮਾਮਲਾ ਖੂਬ ਗਰਮਾਇਆ, ਜਿਸ ਤੋਂ ਬਾਅਦ ਹੁਣ ਆਪਣੀ ਜੇਬ ਦੇ ਵਿੱਚੋਂ ਸਿਹਤ ਮੰਤਰੀ ਦੇ ਵੱਲੋਂ 200 ਗੱਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਭੇਜੇ ਗਏ। पिछले समय दौरान उन्होंने वालों चिट्ठी पत्र लिखे गए कि सानू आ चीज़ों की जरूरत है, वो क्यों नहीं पहुंचिया। उहदे लई वाइस चांसलर जिम्मेवार है, उहदे लई डायरैक्टर सेहत विभाग जिम्मेवार है, या DRME डायरैक्टर मैडिकल रिसर्च ते खोज, डायरैक्टर मैडिकल सिक्ख्या ते खोज, ਜਾਂ ਮਹਿਕਮੇ ਦਾ ਸਕੱਤਰ ਜ਼ਿੰਮੇਵਾਰ ਹੈ ਜਾਂ ਸਾਬਕਾ ਸਿਹਤ ਮੰਤਰੀ ਜ਼ਿੰਮੇਵਾਰ। ਜੇ ਉਹ ਪਹਿਲਾਂ ਇਹਨਾਂ ਗੱਲਾਂ ਦਾ ਵਿਚਾਰ ਕਰ ਲੈਂਦੇ ਤਾਂ ਇਹ ਨੌਬਤ ਇੱਥੋਂ ਤੱਕ ਨਹੀਂ ਸੀ ਆਉਣੀ। ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਵਿੱਚ ਪੈ ਕੇ ਡਾਕਟਰ ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦਾ ਜਿਹੜਾ ਇਹ ਪੈਚਅਪ ਕਰਾਉਣਾ ਚਾਹੀਦਾ, ਸਮਝੌਤਾ ਕਰਾਉਣਾ ਚਾਹੀਦਾ। ਇਹ 200 ਗੱਦਾ ਆਪਣੀ ਜੇਬ 'ਚ ਉੱਥੇ ਭੇਜ ਤਾਂ ਕਿੰਨਿਆਂ ਕੁ ਨੂੰ ਭੇਜਣਗੇ? ਇਹ ਤਾਂ ਆਵਾ ਸਾਰੇ ਥਾਂ ਤੇ ਉੱਤੇ ਆਵੇ। ਆਪਣੇ ਜ਼ਿਲ੍ਹੇ ਤੋਂ ਸ਼ੁਰੂ ਕਰ ਲੈਂਦੇ, ਦੂਜੇ ਪਾਸੇ ਤੁਰ ਪੈਂਦੇ, ਛੋਟੇ ਤੋਂ ਵੱਡੇ ਹਸਪਤਾਲਾਂ ਦੇ ਵਿੱਚ ਮੇਰਾ ਖਿਆਲ ਜੇ ਸਾਰਿਆਂ ਦੇ ਵਿੱਚ ਪਹੁੰਚਾਏ ਜਾਣ ਤਾਂ ਇਹਨਾਂ ਦੀ ਗਿਣਤੀ 50,000 ਤੋਂ ਟੱਪ ਸਕਦੀ। ਢਿੱਲੋਂ ਜੀ, ਸੁਖਬੀਰ ਬਾਦਲ ਨੇ ਜੀਰਾ ਕੋਰਟ ਦੇ ਵਿੱਚ ਪੇਸ਼ੀ ਭੁਗਤੀ, ਜਿਸ ਦੌਰਾਨ ਜਾਂਦੇ ਉਹ ਸੀਐਮ ਭਗਵੰਤ ਮਾਨ ਨੂੰ ਇੱਕ ਸਲਾਹ ਵੀ ਦੇ ਗਏ ਨੇ ਕਿ ਡਰਾਮੇ ਛੱਡੋ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਧਿਆਨ। ਲੋਕ ਸਭਾ ਦੇ ਵਿੱਚ ਅੱਜ ਐਡਾ ਮਹੱਤਵਪੂਰਨ ਬਿੱਲ ਲੱਗਿਆ ਹੈ। ਅਕਾਲੀ ਦਲ ਦਾ ਪ੍ਰਧਾਨ ਹੋਵੇ, ਡਿਪਟੀ ਮੁੱਖ ਮੰਤਰੀ ਹੋਵੇ ਸਾਬਕਾ, ਤੇ ਬਿਜਲੀ ਬਿੱਲ ਇੱਕ ਚਿੱਠੀ ਲਿਖ ਕੇ ਥੋੜੀ ਸਰ ਜਾਂਦਾ ਸਰਕਾਰ ਨੂੰ। ਇਹ ਤੇ ਅਕਾਲੀ ਦਲ ਨੂੰ ਜਿਹੜੀ ਉਹ ਸਲਾਹਾਂ ਦੇ ਰਹੇ ਨੇ, ਪਤਾ ਨਹੀਂ ਉਹਨਾਂ ਦੀ ਸਲਾਹ ਭਗਵੰਤ ਸਿੰਘ ਮਾਨ ਮੰਨਦੇ ਵੀ ਹੈ ਕਿ ਨਹੀਂ ਮੰਨਦੇ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅੱਜ ਰਾਜ ਸਭਾ ਦੇ ਵਿੱਚ ਵਿਦਾਇਗੀ ਸਮੇਂ ਉਹ ਭਾਵੁਕ ਹੁੰਦੇ ਨਜ਼ਰ ਆਏ। ਸਾਡੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ। ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲਾਂ ਕਰਦੇ ਪਏ ਸੀ ਕਿ ਜਦੋਂ ਬੰਦਾ ਭਾਵੇਂ ਕਿਸੇ ਅਹੁਦੇ ਤੇ ਹੋਵੇ, ਉਹ ਸੇਵਾ ਮੁਕਤੀ ਦੇ ਆਲਮ 'ਚ ਜਾਂਦਾ ਹੈ। ਉੱਥੇ ਵੀ ਜਦੋਂ ਪੇਕਿਆਂ ਦੇ ਘਰੋਂ ਲੜਕੀ ਵਿਦਾ ਹੁੰਦੀ ਹੈ, ਉਸ ਕਿਸਮ ਦਾ ਮਾਹੌਲ ਬਣ ਜਾਂਦਾ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਡਰੇਕੋ ਵਰਾਇਨ, ਉਹਨਾਂ ਨੇ ਇਹਨਾਂ ਦੀ ਕੋਈ ਬਚਪਨ ਦੀ ਗੱਲ ਕਹਾਣੀ ਸੁਣਾਈ ਵੈਂਕਈਆ ਨਾਇਡੂ ਸਾਹਿਬ ਦੀ, ਜਿਹਨੂੰ ਸੁਣ ਕੇ ਉਹ ਭਾਵੁਕ ਹੋ ਗਏ, ਅੱਖਾਂ 'ਚੋਂ ਅੱਥਰੂ ਵਗ ਨਿਕਲੇ। ਢਿੱਲੋਂ ਜੀ, ਹਰਜੋਤ ਬੈਂਸ ਦਾ ਕਹਿਣਾ ਹੈ ਕਿ ਨਜਾਇਜ਼ ਮਾਈਨਿੰਗ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਆਪ ਦਾ ਹੀ ਕਿਉਂ ਨਾ ਹੋਵੇ। ਇੱਕ ਗੱਲ ਤਾਂ ਉਹ ਮੰਨਦੇ ਆ ਕਿ 306 ਮਾਮਲੇ ਦਰਜ ਕਰਤੇ ਅਸੀਂ। ਪਿਛਲੀ ਚੰਨੀ ਦੀ ਸਰਕਾਰ ਹੋਵੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਬਾਦਲ ਬਾਪ ਬੇਟੇ ਦੀ ਸਰਕਾਰ ਹੋਵੇ, ਇਹਨਾਂ ਨੇ ਰਲ ਕੇ ਵੀ 50 ਮਾਮਲੇ ਦਰਜ ਨਹੀਂ ਕੀਤੇ। ਢਿੱਲੋਂ ਜੀ, ਧਾਮੀ ਸਾਹਿਬ ਦਾ ਕਹਿਣਾ ਕਿ ਕੇਸਰੀ ਝੰਡਾ ਚਲਾਉਣ ਦਾ ਪ੍ਰੋਗਰਾਮ ਕੁਝ ਜਥੇਬੰਦੀਆਂ ਦਾ, ਅਸੀਂ 10 ਨੂੰ ਇਸ ਤੇ ਵਿਚਾਰ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤੇ ਮੈਂਬਰ ਪਾਰਲੀਮੈਂਟ ਨੇ, ਹੁਣ ਉਹਨਾਂ ਵੱਲੋਂ ਕਿਹਾ ਗਿਆ, ਕਈ ਹੋਰ ਗਰਮ ਖਿਆਲੀਆਂ ਨੇ ਵੀ ਆਇਆ ਕਿ ਅਸੀਂ ਕੇਸਰੀ ਨਿਸ਼ਾਨ ਚਲਾਉਣਾ ਹੈ। ਪੰਜਾਬ ਨੇ ਬਹੁਤ ਸਾਰਾ ਸੰਤਾਪ ਹੰਢਾ ਲਿਆ, ਅਸੀਂ ਉਦੋਂ ਤੋਂ ਕੋਈ ਸਬਕ ਸਿੱਖਿਆ। ਉਹਨਾਂ ਘਰਾਂ 'ਚ ਜਾਓ ਜਿੱਥੇ ਅੱਜ ਤੋਂ 30 ਸਾਲ ਪਹਿਲਾਂ 70 ਵਿਸ਼ੇ ਸੀ। ਹੁਣ ਧਾਮੀ ਸਾਹਿਬ ਕਹਿੰਦੇ ਕੁਝ ਸਿੱਖ ਜਥੇਬੰਦੀਆਂ ਦਾ ਮਾਮਲਾ ਹੈ, ਅਸੀਂ ਤਾਂ ਇਹ 10 ਤਰੀਕ ਨੂੰ ਫੈਸਲਾ ਕਰਾਂਗੇ। ਜਸਟਿਸ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਦੀ ਧਰਮ ਤਬਦੀਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਮੈਂਬਰ ਪਾਰਲੀਮੈਂਟ ਰਹੇ ਨੇ, ਫਰੀਦਕੋਟ ਤੋਂ ਵੀ ਰਹੇ ਨੇ, ਬਠਿੰਡੇ ਤੋਂ ਵੀ ਰਹੇ ਨੇ। ਉਹਨਾਂ ਦਾ ਕਹਿਣਾ ਕਿ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ, ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਡਿਊਟੀਆਂ ਨਹੀਂ ਨਿਭਾਈਆਂ। ਇਹੀ ਗੱਲ ਜਥੇਦਾਰ ਸਾਹਿਬ ਕਹਿੰਦੇ ਕੁਝ ਸਿੱਖ ਹੀ ਸਿੱਖਾਂ ਨੂੰ ਖਰਾਬ ਕਰ ਰਹੇ ਨੇ, ਕਿਉਂਕਿ ਜਥੇਦਾਰ ਸਾਹਿਬ ਨੂੰ ਵੀ ਇੱਕ ਪਰਿਵਾਰ ਦਾ ਖਾਸਾ ਫਿਕਰ ਹੈ। ਇਹ ਕਦੇ ਨਹੀਂ ਉਹਨਾਂ ਨੇ ਸੋਚਿਆ ਕਿ ਜਿਹੜਾ ਹੁਕਮਨਾਮਾ ਜਥੇਦਾਰ ਸਾਹਿਬ ਕਰਦੇ ਆ ਅਕਾਲ ਤਖਤ ਸਾਹਿਬ ਤੇ ਖਲੋ ਕੇ, ਉਹ
ਉਹਨਾਂ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਉਹੀ ਨਹੀਂ ਲਾਗੂ ਕਰਦੇ। ਇਹਦੇ ਤੇ ਜਥੇਦਾਰ ਸਾਹਿਬ ਸੈਮੀਨਾਰ ਕਰਾਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਕਰਾਓ, ਵਿਦਵਾਨਾਂ ਨੂੰ ਬੁਲਾਓ ਤੇ ਫਿਰ ਸੱਚ ਸੁਣਨ ਦੀ ਸਮਰੱਥਾ ਰੱਖੋ ਸਾਰੇ ਜਣੇ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਲੈ ਕੇ। ਜਦੋਂ VC ਦਾ ਮੁੱਦਾ ਭਖਿਆ ਸੀ ਉਸ ਤੋਂ ਬਾਅਦ ਹੁਣ 200 ਗੱਦੇ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਭੇਜੇ ਗਏ ਨੇ। ਇਸ ਮੁੱਦੇ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੂੰ, ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਇਸ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਚਰਚਾ ਕਰਾਂਗੇ ਨਜਾਇਜ਼ ਮਾਈਨਿੰਗ ਨੂੰ ਲੈ ਕੇ, ਕਿਉਂਕਿ ਜੇਕਰ ਨਜਾਇਜ਼ ਮਾਈਨਿੰਗ ਦੀ ਗੱਲ ਕੀਤੀ ਜਾਵੇ ਤਾਂ ਨਜਾਇਜ਼ ਮਾਈਨਿੰਗ ਦਾ ਮੁੱਦਾ ਲਗਾਤਾਰ ਗਰਮਾਉਂਦਾ ਰਿਹਾ। ਇਸ ਮੁੱਦੇ ਤੇ ਸਿਆਸਤ ਖੂਬ ਹੋਈ ਆ। ਹੁਣ ਇਸ ਮੁੱਦੇ ਨੂੰ ਲੈ ਕੇ ਜਿਹੜਾ ਕਿ ਨਜਾਇਜ਼ ਮਾਈਨਿੰਗ ਦੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਵੇਗਾ, ਇਹ ਕਹਿਣਾ ਹੈ ਹਰਜੋਤ ਬੈਂਸ ਦਾ। ਇਸ ਮੁੱਦੇ ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ। ਸੋ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਲੈ ਕੇ ਕਿ ਉਹਨਾਂ ਦਾ ਜਦੋਂ ਉਹਨਾਂ ਦੇ ਵੱਲੋਂ ਇਹ ਗੱਦੇ ਦੇ ਉੱਤੇ VC ਨੂੰ ਲਟਾਇਆ ਗਿਆ ਸੀ ਤਾਂ ਇਹ ਮਾਮਲਾ ਖੂਬ ਗਰਮਾਇਆ, ਜਿਸ ਤੋਂ ਬਾਅਦ ਹੁਣ ਆਪਣੀ ਜੇਬ ਦੇ ਵਿੱਚੋਂ ਸਿਹਤ ਮੰਤਰੀ ਦੇ ਵੱਲੋਂ 200 ਗੱਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਭੇਜੇ ਗਏ ਨੇ। ਦੇਖੋ, ਮੇਰਾ ਖਿਆਲ ਕਿ ਜਿਹੜਾ ਇਹ ਮਾਮਲਾ ਉੱਠਿਆ ਸੀ, ਇਹ ਉੱਠਿਆ ਨਹੀਂ ਜਾਣਾ ਚਾਹੀਦਾ ਸੀ। ਚੇਤਨ ਸਿੰਘ ਜੋੜੇ ਮਾਜਰਾ ਸਮਾਣਾ ਦੇ ਨਾਲ ਸੰਬੰਧਿਤ ਨੇ। ਉਹਨਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ। ਬਣਦਾ ਤਾਂ ਇਹ ਸੀ ਕਿ ਸਭ ਤੋਂ ਪਹਿਲਾਂ ਉਹ ਸਾਰੇ ਸਿਵਲ ਸਰਜਨਾਂ ਤੋਂ, ਮੈਡੀਕਲ ਸੁਪਰਡੈਂਟਾਂ ਤੋਂ ਤੇ ਹੋਰਨਾਂ ਤੋਂ ਇਹਦੀ ਪੂਰੀ ਰਿਪੋਰਟ ਮੰਗਦੇ ਕਿ ਉਹਨਾਂ ਮੈਡੀਕਲ ਕਾਲਜਾਂ 'ਚ, ਹਸਪਤਾਲਾਂ 'ਚ ਜਾਂ ਕੋਈ ਹੋਰ ਜਿਹੜਾ ਵੀ ਚੀਜ਼ ਹੈ ਉੱਥੇ ਕਿਹੜੀ ਘਾਟ ਪਾਈ ਜਾ ਰਹੀ ਹੈ। ਉੱਥੇ ਡਾਕਟਰ ਜੀ ਦੀ ਘਾਟ ਕਿੰਨੀ ਹੈ, ਨਰਸਾਂ ਦੀ ਘਾਟ ਕਿੰਨੀ ਹੈ, ਜਿਹੜਾ ਪੈਰਾਮੈਡੀਕਲ ਸਟਾਫ ਹੈ ਉਹਦੀ ਘਾਟ ਕਿੰਨੀ ਹੈ, ਲੈਬੋਰਟਰੀ ਸਟਾਫ ਕਿੰਨਾ ਘੱਟ ਹੈ, ਵਾਰਡਾਂ ਦੇ ਵਿੱਚ ਮੰਜੇ ਕਿੰਨੇ ਘੱਟ ਨੇ, ਉਹਨਾਂ ਦੇ ਜਿਹੜੇ ਗੱਦੇ ਨੇ ਉਹ ਕਿੰਨੇ ਘੱਟ ਨੇ, ਕੀ ਬਾਥਰੂਮਾਂ ਦੀ ਸਫਾਈ ਵਾਸਤੇ ਲੋੜੀਂਦਾ ਸਾਜੋ ਸਮਾਨ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਜੇ ਕਿਤੇ ਇਹ ਚੀਜ਼ ਦੀ ਰਿਪੋਰਟ ਪਹਿਲਾਂ ਲੈ ਲਈ ਜਾਂਦੀ ਤਾਂ ਇਸ ਤਰ੍ਹਾਂ ਦੀ ਨੌਬਤ ਮੈਂ ਸਮਝਦਾ ਨਹੀਂ ਸੀ ਆਉਣੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ਵਾਸਤੇ 200 ਗੱਦੇ ਆਪਣੀ ਜੇਬ ਚੋਂ ਭੇਜ ਦਿੱਤੇ ਨੇ। ਚੰਗੀ ਗੱਲ ਹੈ ਜੀ, ਉਹਨਾਂ ਨੇ ਆਪਦੇ ਕੋਲੋਂ ਭੇਜਤੇ। ਇਹਦੀ ਵੀ ਪੜਤਾਲ ਕਰ ਲੈਣ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਚਿੱਠੀ ਪੱਤਰ ਲਿਖੇ ਗਏ ਕਿ ਸਾਨੂੰ ਆਹ ਚੀਜ਼ਾਂ ਦੀ ਜ਼ਰੂਰਤ ਹੈ, ਉਹ ਕਿਉਂ ਨਹੀਂ ਪਹੁੰਚੀਆਂ। ਉਹਦੇ ਲਈ ਵਾਈਸ ਚਾਂਸਲਰ ਜ਼ਿੰਮੇਵਾਰ ਹੈ, ਉਹਦੇ ਲਈ ਡਾਇਰੈਕਟਰ ਸਿਹਤ ਵਿਭਾਗ ਜ਼ਿੰਮੇਵਾਰ ਹੈ, ਜਾਂ DRME ਡਾਇਰੈਕਟਰ ਮੈਡੀਕਲ ਰਿਸਰਚ ਤੇ ਖੋਜ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ, ਜਾਂ ਮਹਿਕਮੇ ਦਾ ਸਕੱਤਰ ਜ਼ਿੰਮੇਵਾਰ ਹੈ, ਜਾਂ ਸਾਬਕਾ ਸਿਹਤ ਮੰਤਰੀ ਜ਼ਿੰਮੇਵਾਰ ਹੈ। ਜੇ ਉਹ ਪਹਿਲਾਂ ਇਹਨਾਂ ਗੱਲਾਂ ਦਾ ਵਿਚਾਰ ਕਰ ਲੈਂਦੇ ਤਾਂ ਇਹ ਨੌਬਤ ਇੱਥੋਂ ਤੱਕ ਨਹੀਂ ਸੀ ਆਉਣੀ। ਬਹੁਤ ਸਾਰੀਆਂ ਡਾਕਟਰੀ ਜਥੇਬੰਦੀਆਂ ਨੇ 15 ਅਗਸਤ ਤੱਕ ਦਾ ਅਲਟੀਮੇਟਮ ਦੇਤਾ। ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਵਿੱਚ ਪੈ ਕੇ ਡਾਕਟਰ ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦਾ ਜਿਹੜਾ ਇਹ ਪੈਚਅਪ ਕਰਾਉਣਾ ਚਾਹੀਦਾ, ਸਮਝੌਤਾ ਕਰਾਉਣਾ ਚਾਹੀਦਾ ਹੈ, ਕਿਉਂਕਿ ਇਸ ਵੇਲੇ
ਸਮਾਜ ਦੋ ਹਿੱਸਿਆਂ 'ਚ ਵੰਡਿਆ ਗਿਆ। ਅੱਧੇ ਲੋਕ ਉਹ ਨੇ ਜਿਹੜੇ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਦੀ ਹਮਾਇਤ 'ਤੇ ਨੇ, ਅੱਧੇ ਲੋਕ ਡਾਕਟਰੀ ਜਥੇਬੰਦੀਆਂ ਸਮੇਤ ਉਹ ਨੇ ਜਿਹੜੇ ਡਾਕਟਰ ਰਾਜ ਬਹਾਦਰ ਸਿੰਘ ਦੇ ਨਾਲ ਖੜੇ ਨੇ। ਸੋ ਇਹਨਾਂ ਮਾਮਲਿਆਂ ਦੇ ਵਿੱਚ ਮੈਂ ਸਮਝਦਾ ਕਿ ਇਹ ਸਮਝਾਉਣਾ ਚਾਹੀਦਾ ਹੈ। ਉਹਨਾਂ ਨੇ ਜੇ ਇਹ 200 ਗੱਦਾ ਆਪਣੀ ਜੇਬ 'ਚੋਂ ਉੱਥੇ ਭੇਜ ਤਾਂ ਕਿੰਨਿਆਂ ਕੁ ਨੂੰ ਭੇਜਣਗੇ? ਇਹ ਤਾਂ ਆਵਾ ਸਾਰੇ ਥਾਂ 'ਤੇ ਉੱਤੇ ਆਵਾ, ਆਪਣੇ ਜ਼ਿਲ੍ਹੇ ਤੋਂ ਸ਼ੁਰੂ ਕਰ ਲੈਂਦੇ, ਦੂਜੇ ਪਾਸੇ ਤੁਰ ਪੈਂਦੇ। ਛੋਟੇ ਤੋਂ ਵੱਡੇ ਹਸਪਤਾਲਾਂ ਦੇ ਵਿੱਚ ਮੇਰਾ ਖਿਆਲ ਜੇ ਸਾਰਿਆਂ ਦੇ ਵਿੱਚ ਪਹੁੰਚਾਏ ਜਾਣ ਤਾਂ ਇਹਨਾਂ ਦੀ ਗਿਣਤੀ 50,000 ਤੋਂ ਟੱਪ ਸਕਦੀ ਹੈ। ਇਸ ਲਈ ਉਹ ਜਿਹੜਾ ਇਹਨਾਂ ਦਾ ਸਿਹਤ ਬਜਟ ਹੈ ਉਹਨੂੰ ਵਰਤਦੇ ਹੋਏ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਆ ਪਹਿਲਾਂ ਉੱਥੇ ਭੇਜੋ, ਬਾਅਦ ਦੇ ਵਿੱਚ ਦੂਜੀਆਂ ਥਾਵਾਂ ਨੂੰ ਪੜਾਅ-ਵਾਰ ਪੜਾਅ ਕਰਕੇ ਇਹ ਸਾਰਾ ਚੰਗੀਆਂ ਥਾਵਾਂ 'ਤੇ ਭੇਜਿਆ ਜਾਣ। ਇੱਕ ਗੱਲ ਜ਼ਰੂਰ ਹੈ, ਜੇ ਇਹ ਗੱਦੇ ਉਹਨਾਂ ਨੇ ਆਪਣੀ ਜੇਬ 'ਚੋਂ ਖਰੀਦੇ ਨੇ ਤਾਂ ਚੰਗੀ ਕੰਪਨੀ ਦੇ ਖਰੀਦੇ ਹੋਣਗੇ, ਨਹੀਂ ਤਾਂ ਪਤਾ ਹੀ ਆ ਸਾਨੂੰ ਕਿ ਕਿਸ ਤਰ੍ਹਾਂ ਦੇ ਬਿੱਲ ਪੈਂਦੇ ਨੇ ਤੇ ਕਿੰਨੇ ਕੁ ਵਧੀਆ ਇਹ ਸਾਜੋ ਸਮਾਨ ਇਹਨਾਂ ਸਰਕਾਰੀ ਸੰਸਥਾਵਾਂ ਦੇ ਵਿੱਚ ਅੱਪੜਦੇ ਨੇ। ਜੀ ਢਿੱਲੋਂ ਜੀ, ਸੁਖਬੀਰ ਬਾਦਲ ਨੇ ਜੀਰਾ ਕੋਰਟ ਦੇ ਵਿੱਚ ਪੇਸ਼ੀ ਭੁਗਤੀ, ਜਿਸ ਦੌਰਾਨ ਜਾਂਦੇ ਜਾਂਦੇ ਉਹ ਸੀਐਮ ਭਗਵੰਤ ਮਾਨ ਨੂੰ ਇੱਕ ਸਲਾਹ ਵੀ ਦੇ ਗਏ ਨੇ ਕਿ ਡਰਾਮੇ ਛੱਡੋ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਧਿਆਨ ਦਿੱਤਾ ਜਾਵੇ। ਇਹ 2017 ਦਾ ਮਾਮਲਾ ਹੈ, ਜਦੋਂ ਨੈਸ਼ਨਲ ਹਾਈਵੇ 54 ਜਾਮ ਕੀਤਾ ਸੀ ਇਹਨਾਂ ਨੇ। ਉਸ ਵੇਲੇ ਇੱਕ ਪਰਚਾ ਦਰਜ ਹੋ ਗਿਆ ਸੀ ਇਹਨਾਂ ਦੇ, ਉਹਦਾ ਚਾਰਜ ਸ਼ੀਟ ਅਦਾਲਤ ਦੇ ਵਿੱਚ ਹੋਈ ਤੇ ਅੱਜ ਇਹ ਉੱਥੇ ਉਹ ਤਰੀਕ ਭੁਗਤਣ ਗਏ ਸਨ। ਲੋਕ ਸਭਾ ਦੇ ਵਿੱਚ ਅੱਜ ਐਡਾ ਮਹੱਤਵਪੂਰਨ ਬਿੱਲ ਲੱਗਿਆ ਹੈ। ਅਕਾਲੀ ਦਲ ਦਾ ਪ੍ਰਧਾਨ ਹੋਵੇ, ਡਿਪਟੀ ਮੁੱਖ ਮੰਤਰੀ ਹੋਵੇ ਸਾਬਕਾ, ਤੇ ਬਿਜਲੀ ਬਿੱਲ ਇੱਕ ਚਿੱਠੀ ਲਿਖ ਕੇ ਥੋੜੀ ਸਰ ਜਾਂਦਾ ਹੈ। ਜਾਂ ਲੋਕ ਇਹ ਕਹਿੰਦੇ ਨੇ ਕਿ ਇਹਨਾਂ ਦੀ ਜ਼ਰੂਰਤ ਨਹੀਂ ਕਿ ਇਹ ਮੋਦੀ ਸਾਹਿਬ ਦੇ ਸਾਹਮਣੇ ਬੋਲ ਸਕਣ। ਆਸ ਵੱਜੀ ਵੀ ਆ ਸ਼ਾਇਦ ਉੱਠਦੇ ਬਿੱਲ ਲਟਕਣ ਵਾਂਗ ਕਿਤੇ ਮੋਦੀ ਸਾਹਿਬ ਕੋਈ ਸੱਦਾ ਪੱਤਰ ਭੇਜ ਹੀ ਨਾ ਦੇਣ ਕਿ ਆ ਜਾਓ ਤੁਸੀਂ ਨਾਲ ਸ਼ਾਮਲ ਹੋ ਜਾਓ। ਐਡੇ ਮਹੱਤਵਪੂਰਨ ਬਿੱਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਬੀਬੀ ਹਰਸਿਮਰਤ ਕੌਰ ਕਾਫੀ ਮੁੱਦਿਆਂ ਤੇ ਬੋਲਦੇ ਨੇ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਹੀ ਵਾਰ ਮਹੱਤਵਪੂਰਨ ਮੁੱਦਿਆਂ ਵੇਲੇ ਪਾਰਲੀਮੈਂਟ ਦੇ ਵਿੱਚੋਂ ਗਾਇਬ ਨਜ਼ਰ ਆਉਂਦੇ ਨੇ। ਇਸ ਕੇਸ ਦੇ ਵਿੱਚ ਤਰੀਕ ਲਈ ਜਾ ਸਕਦੀ ਸੀ, ਉਹਨਾਂ ਨੂੰ ਉੱਥੇ ਜਾਣਾ ਜ਼ਿਆਦਾ ਜ਼ਰੂਰੀ ਸੀ। ਇਹ ਲੋਕ ਪੰਜਾਬ ਦੇ ਉਹਨਾਂ ਤੋਂ ਪੁੱਛਣਗੇ। ਉੱਥੇ ਉੱਪਰ ਸਵਾਲ ਪੁੱਛੇ ਪੱਤਰਕਾਰਾਂ ਨੇ, ਮਹੱਲਾ ਕਲੀਨਿਕਾਂ ਬਾਰੇ ਪੁੱਛ ਲਿਆ, ਉਹ ਕਹਿੰਦੇ ਡਰਾਮੇ ਨਾ ਕਰੋ, ਲੋਕਾਂ ਦਾ ਕੰਮ ਕਰੋ। ਜੱਦਰ ਸਾਹਿਬ ਜਿਹੜੇ ਬਿਆਨ ਦਿੱਤੇ ਨੇ ਉਹਦੇ ਬਾਰੇ ਪੁੱਛ ਲਿਆ, ਉਹ ਕਹਿੰਦੇ ਮੇਰੇ ਕੋਈ ਕਮੈਂਟ ਨਹੀਂ ਇਹਦੇ ਤੇ, ਮੈਂ ਨਹੀਂ ਬੋਲਣਾ। ਸੋ ਮੈਂ ਬੇਨਤੀ ਕਰਾਂ ਕਿ ਸਰਕਾਰ ਨੂੰ ਇਹ ਤੇ ਅਕਾਲੀ ਦਲ ਨੂੰ ਜਿਹੜੀ ਉਹ ਸਲਾਹਾਂ ਦੇ ਰਹੇ ਨੇ, ਪਤਾ ਨਹੀਂ ਉਹਨਾਂ ਦੀ ਸਲਾਹ ਭਗਵੰਤ ਸਿੰਘ ਮਾਨ ਮੰਨਦੇ ਵੀ ਹੈ ਕਿ ਨਹੀਂ ਮੰਨਦੇ, ਸਮਾਂ ਦੱਸੇਗਾ। ਜੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅੱਜ ਰਾਜ ਸਭਾ ਦੇ ਵਿੱਚ ਵਿਦਾਇਗੀ ਸਮੇਂ ਉਹ ਭਾਵੁਕ ਹੁੰਦੇ ਨਜ਼ਰ ਆਏ। ਸਾਡੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ ਗਈ। ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲਾਂ ਕਰਦੇ ਪਏ ਸੀ ਕਿ ਜਦੋਂ ਬੰਦਾ ਭਾਵੇਂ ਕਿਸੇ ਅਹੁਦੇ ਤੇ ਹੋਵੇ, ਉਹ ਸੇਵਾ ਮੁਕਤੀ ਦੇ ਆਲਮ 'ਚ ਜਾਂਦਾ ਹੈ, ਉੱਥੇ ਵੀ ਜਦੋਂ ਪੇਕਿਆਂ ਦੇ ਘਰੋਂ ਲੜਕੀ ਵਿਦਾ ਹੁੰਦੀ ਹੈ, ਉਸ ਕਿਸਮ ਦਾ ਮਾਹੌਲ ਬਣ ਜਾਂਦਾ, ਕਿਉਂਕਿ ਉਹਨੇ ਨਵੇਂ ਘਰ 'ਚ ਜਾਣਾ ਹੁੰਦਾ। ਐਕਚੁਅਲੀ ਘਰ ਉਹਦਾ ਉਹੀ ਹੈ, ਪਰ ਜਿਹੜੀਆਂ ਮੋਹ ਦੀਆਂ ਤੰਦਾਂ ਮਾਪਿਆਂ ਨਾਲ ਹੁੰਦੀਆਂ ਨੇ, ਭਰਾਵਾਂ ਨਾਲ ਹੁੰਦੀਆਂ ਨੇ, ਮਾਤਾ ਪਿਤਾ ਨਾਲ ਹੁੰਦੀਆਂ ਨੇ, ਖਾਸ ਕਰ ਲੜਕੀਆਂ ਦਾ ਜ਼ਿਆਦਾ ਲਗਾਓ ਆਪਣੇ ਪਿਤਾ ਸਮੇਤ ਵੱਲ ਹੁੰਦਾ ਹੈ ਤੇ ਲੜਕਿਆਂ ਦਾ ਮਾਤਾ ਵੱਲ। ਉੱਥੇ ਇੱਕ ਤ੍ਰਿਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਡਰੇਕ ਵਰਾਇਨ, ਉਹਨਾਂ ਨੇ ਇਹਨਾਂ ਦੀ ਕੋਈ ਬਚਪਨ ਦੀ ਗੱਲ
ਕਹਾਣੀ ਸੁਣਾਈ ਵੈਂਕਟਈਆ ਨਾਇਡੂ ਸਾਹਿਬ ਦੀ, ਜਿਹਨੂੰ ਸੁਣ ਕੇ ਉਹ ਭਾਵੁਕ ਹੋ ਗਏ, ਅੱਖਾਂ 'ਚੋਂ ਅੱਥਰੂ ਵਗ ਨਿਕਲੇ। ਉਹਨਾਂ ਨੂੰ ਪੁਰਾਣਾ ਚੇਤਾ ਆ ਗਿਆ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜੀ ਅੱਜ ਉੱਥੇ ਤਕਰੀਰ ਕੀਤੀ ਕਿ ਇਹ ਸੰਸਦ ਦੇ ਵਿੱਚ ਭਾਵੇਂ ਸਪੀਕਰ ਹੋਵੇ, ਭਾਵੇਂ ਉਪ ਰਾਸ਼ਟਰਪਤੀ ਹੋਵੇ, ਰਾਸ਼ਟਰਪਤੀ ਹੋਵੇ, ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਦਾ ਜਨਮ ਆਜ਼ਾਦ ਭਾਰਤ ਦੇ ਵਿੱਚ ਹੋਇਆ ਹੈ। ਮੇਰਾ ਖਿਆਲ ਆਪਣੇ ਆਪ ਨੂੰ ਉਹ ਪਾਸੇ ਰੱਖ ਗਏ, ਕਿਤੇ ਇਹ ਤਾਂ ਨਹੀਂ ਕਿ ਉਹ 75 ਨੂੰ ਪਾਰ ਕਰ ਗਏ ਨੇ। ਸੋ ਉਹਨਾਂ ਨੇ ਵੀ ਜਿਹੜੀ ਤਕਰੀਰ ਕੀਤੀ ਉੱਥੇ ਅੱਜ, ਉਹ ਵੀ ਭਾਵਪੂਰਕ ਸੀ। ਉਹਦੇ ਵਿੱਚ ਵੀ ਮਤਲਬ ਲੋਕਾਂ ਦੇ ਇੱਕ ਕਿਸਮ ਦੇ ਕਾਫੀ ਸੰਵੇਦਨਸ਼ੀਲ ਤੇ ਅਜੀਬ ਕਿਸਮ ਦਾ ਉਦਾਸੀਨਤਾ ਵਾਲਾ ਮਾਹੌਲ ਉੱਥੇ ਨਜ਼ਰ ਆ ਰਿਹਾ ਸੀ। ਜੀ, ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੇਖੋ, ਸੰਜੇ ਰਾਉਤ ਨੂੰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਦਾ ਤੋਤਾ ਹੈ ਈਡੀ, ਉਹਨਾਂ ਨੇ ਗ੍ਰਿਫਤਾਰ ਕੀਤਾ ਸੀ। ਕੇਸ ਦੇ ਨਿਯਮ ਮੁਤਾਬਕ ਕਿਸੇ ਵਿਅਕਤੀ ਨੂੰ 14 ਦਿਨ ਤੱਕ ਨਿਆਇਕ ਹਿਰਾਸਤ ਵਿੱਚ 14 ਦਿਨ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਜਾ ਸਕਦਾ ਹੈ। 1 ਅਗਸਤ ਨੂੰ ਇਹਨਾਂ ਨੂੰ ਫੜਿਆ ਗਿਆ ਸੀ। 8 ਅਗਸਤ ਹੋ ਗਿਆ, ਹਾਲੇ 6 ਦਿਨ ਭਾਵੇਂ ਹੋਰ ਰੱਖੇ ਜਾ ਸਕਦੇ ਸੀ। ਇਹਦੇ ਬਾਵਜੂਦ ਉਹਨਾਂ ਨੂੰ ਅੱਜ ਅਦਾਲਤ ਨੇ ਫੈਸਲਾ ਸੁਣਾਤਾ ਕਿ ਇਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਜਾਂਦਾ ਹੈ। ਸੰਜੇ ਰਾਉਤ ਸਾਹਿਬ ਨੇ ਉੱਥੇ ਕੁਝ ਆਪਣੀਆਂ ਦਰਖਾਸਤਾਂ ਲਾਈਆਂ। ਪਹਿਲੀ ਦਰਖਾਸਤ ਇਹ ਕਿ ਮੈਨੂੰ ਦਵਾਈ ਵਗੈਰਾ ਤੇ ਘਰ ਦਾ ਭੋਜਨ ਮੁਹੱਈਆ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਮੰਨ ਲਈ ਵੀ ਤੁਹਾਡਾ ਭੋਜਨ ਵੀ ਘਰ ਤੋਂ ਆਏਗਾ, ਤੁਸੀਂ ਦਵਾਈਆਂ ਵਗੈਰਾ ਵੀ ਲੈ ਸਕਦੇ ਹੋ ਆਪਣੇ ਤੌਰ ਤੇ। ਇੱਕ ਉਹਨਾਂ ਨੇ ਹੋਰ ਲਾਈ ਕਿ ਮੈਂ ਬਿਸਤਰਾ ਵੀ ਆਪਣਾ ਲਿਜਾਣਾ ਚਾਹੁੰਦਾ, ਜਿਸ ਨੂੰ ਅਦਾਲਤ ਨੇ ਅਸਵੀਕਾਰ ਕਰ ਦਿੱਤਾ। ਉਹ ਕਹਿੰਦੇ ਫਿਕਰ ਨਾ ਕਰੋ, ਜੇਲ੍ਹ ਅਧਿਕਾਰੀ ਤੁਹਾਨੂੰ ਚੰਗਾ ਬਿਸਤਰਾ ਹੀ ਦੇਣਗੇ ਜਿੱਥੇ ਤੁਸੀਂ ਆਰਾਮ ਫਰਮਾਉਣਾ ਹੈ। ਉਹਨਾਂ ਨੂੰ ਫਿਰ 14 ਦਿਨ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਹੈ। ਇਹ ਪਾਤਰਾਚਲ ਮੁੜ ਵਿਕਾਸ ਵਾਲਾ ਮਾਮਲਾ ਹੈ, ਜਿਹਦੇ ਵਿੱਚ ਪਤਾ ਨਹੀਂ ਇਹ ਈਡੀ ਵਾਲੇ ਕੀ ਕੁਝ ਕੱਢ ਕੇ ਲਿਆਏ ਸੀ। ਅੱਗੇ ਹੁਣ ਉਹਨਾਂ ਦੇ ਵਕੀਲ ਸਾਹਿਬਾਨ ਨੇ ਦੇਖਣਾ ਹੈ ਕਿ ਇਹਨਾਂ ਦੀ ਸੰਜੇ ਰਾਉਤ ਸਾਹਿਬ ਦੀ ਜ਼ਮਾਨਤ ਅਰਜੀ ਕਦੋਂ ਅਦਾਲਤ ਵਿੱਚ ਦਾਇਰ ਕਰਨੀ ਹੈ। ਜੀ ਢਿੱਲੋਂ ਜੀ, ਹਰਜੋਤ ਬੈਂਸ ਦਾ ਕਹਿਣਾ ਹੈ ਕਿ ਨਜਾਇਜ਼ ਮਾਈਨਿੰਗ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਆਪ ਦਾ ਹੀ ਕਿਉਂ ਨਾ ਹੋਵੇ। ਗੱਲ ਉਹਨਾਂ ਨੇ ਕਹੀ ਹੈ, ਟਵੀਟ ਹੈਂਡਲ ਦੇ ਉੱਤੇ ਅਜੇ ਜਾਣਕਾਰੀ ਦਿੱਤੀ ਹੈ, ਕਿਉਂਕਿ ਇੱਕ ਗੱਲ ਤਾਂ ਉਹ ਮੰਨਦੇ ਆ ਕਿ 306 ਮਾਮਲੇ ਦਰਜ ਕਰਤੇ ਅਸੀਂ। ਪਿਛਲੀ ਚੰਨੀ ਦੀ ਸਰਕਾਰ ਹੋਵੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਬਾਦਲ ਬਾਪ ਬੇਟੇ ਦੀ ਸਰਕਾਰ ਹੋਵੇ, ਇਹਨਾਂ ਨੇ ਰਲ ਕੇ ਵੀ 50 ਮਾਮਲੇ ਦਰਜ ਨਹੀਂ ਕੀਤੇ। ਜੇ ਕੀਤੇ ਨੇ ਤੇ ਜੱਗ ਜ਼ਾਹਰ ਕੀਤੇ ਜਾਣ। ਜਿਸ ਕਰਕੇ ਉਹਨਾਂ ਨੇ ਇਹ ਗੱਲ ਤਾਂ ਵੱਡੀ ਕਹੀ ਹੈ ਕਿ 306 ਮਾਮਲੇ ਕੁੱਲ ਦਰਜ ਹੋਏ ਨੇ ਆਮ ਆਦਮੀ ਪਾਰਟੀ ਦੇ 4.25 ਮਹੀਨਿਆਂ 'ਚ। ਉਹਦੇ ਨਾਲ ਰੀਨਾ ਜਿਹੜਾ ਅੰਕੜਾ ਉਹਨਾਂ ਨੇ ਪੇਸ਼ ਕੀਤਾ, ਸਭ ਤੋਂ ਵੱਧ ਸ਼ਾਇਦ 52 ਦੇ ਕਰੀਬ ਨੇ ਹੁਸ਼ਿਆਰਪੁਰ ਦੇ ਵਿੱਚ ਮਾਮਲੇ ਦਾਖਲ ਹੋਏ ਨੇ ਜੀ, ਜਿਹੜੇ ਦਰਜ ਹੋਏ ਨੇ। ਇਸ ਤੋਂ ਇਲਾਵਾ 52 ਨੇ ਉੱਥੇ। ਫਾਜ਼ਿਲਕਾ 'ਚ 34, ਰੋਪੜ 'ਚ 30, ਅੰਮ੍ਰਿਤਸਰ ਜਲੰਧਰ ਦੇ ਵਿੱਚ 23, ਲੁਧਿਆਣਾ 'ਚ 28, ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ 'ਚ 17 ਮਾਮਲੇ ਦਰਜ ਹੋਏ ਨੇ। ਉਹ ਕਹਿੰਦੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ, ਕਾਨੂੰਨੀ ਮਾਈਨਿੰਗ ਜਿਹੜੀ ਕਾਨੂੰਨੀ ਖਨਨ ਰੇਤਾ ਕੱਢਣਾ, ਇਹਦੇ ਸਮਰੱਥਾ 2.5 ਗੁਣਾ ਵੱਧ ਗਈ ਹੈ। ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪਿੰਡ ਕਹੀਵਾਲ ਵਿੱਚ ਨਜਾਇਜ਼ ਮਾਈਨਿੰਗ ਸੰਬੰਧੀ ਕੁਝ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਅਤੇ ਸੰਬੰਧਿਤ ਮਹਿਕਮੇ ਨੂੰ ਪੜਤਾਲ ਲਈ ਭੇਜ ਦਿੱਤਾ ਹੈ।
ਤੇ ਜੇ ਕੋਈ ਪੜਤਾਲ ਕਰਦਾ ਸਾਹਮਣੇ ਆਇਆ ਤਾਂ ਆਨੰਦਪੁਰ ਸਾਹਿਬ ਦੇ ਥਾਣੇ ਉਹਨਾਂ ਤੇ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਦੇ ਆਪਣੇ ਜ਼ਿਲ੍ਹੇ ਵਿੱਚ ਭਾਵ ਦੀਵੇ ਥੱਲੇ ਹਨੇਰਾ ਉਹਨਾਂ ਦੇ ਆਪ ਦੇ ਜ਼ਿਲ੍ਹੇ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਹਦੇ ਬਾਰੇ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਇਹ ਮਾਈਨਿੰਗ ਡਿਪਾਰਟਮੈਂਟ ਹੈ ਤੇ ਪੁਲਿਸ ਹੈ ਉਹਨਾਂ ਨੂੰ ਪੜਤਾਲ ਕਰਨ ਲਈ ਕਹਿ ਦਿੱਤਾ ਗਿਆ ਜੀ। ਪੀਐਮ ਮੋਦੀ ਨੇ ਖਾਟੂ ਸ਼ਿਆਮ ਜੀ ਮੰਦਿਰ 'ਚ ਹੋਈ ਭਗਦੜ ਤੇ ਦੁੱਖ ਜਤਾਇਆ। ਇਹ ਜਿਹੜੀ ਭਗਦੜ ਹੈ ਰਾਜਸਥਾਨ ਦੇ ਸੀਕਰ ਦੇ ਵਿੱਚ ਹੈ ਇੱਕ ਖਾਟੂ ਸ਼ਿਆਮ ਜੀ ਮੰਦਿਰ। ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉੱਥੋਂ ਦੇ ਪੁਲਿਸ ਅਧਿਕਾਰੀ ਨੇ, ਉਹਨਾਂ ਦਾ ਨਾਮ ਹੈ ਕੁੰਵਰ ਰਾਸ਼ਟਰਦੀਪ ਸਿੰਘ ਦੀਪ। ਕਹਿੰਦੇ ਉੱਥੇ ਔਰਤਾਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਸਨ, ਗਰਮੀ ਦਾ ਮੌਸਮ ਹੈ, ਇੱਕ 63 ਸਾਲਾ ਔਰਤ ਥੱਲੇ ਡਿੱਗ ਪਈ। ਬਾਅਦ ਦੇ ਵਿੱਚ ਜਦੋਂ ਉਹਦੀ ਜਾਂਚ ਪੜਤਾਲ ਕੀਤੀ ਗਈ, ਡਾਕਟਰ ਬੁਲਾਏ ਗਏ, ਪਤਾ ਲੱਗਿਆ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ। 2 ਹੋਰ ਔਰਤਾਂ ਵੀ ਡਿੱਗ ਪਈਆਂ। ਜਦੋਂ ਇਹ 3 ਔਰਤਾਂ ਡਿੱਗ ਪਈਆਂ ਉੱਥੇ ਭਗਦੜ ਮੱਚ ਗਈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਾਹਿਬ ਕਹਿੰਦੇ ਨੇ ਕਿ ਇਹ ਬੜੀ ਦੁਖਦ ਘਟਨਾ ਹੈ, ਨਹੀਂ ਵਾਪਰਨੀ ਚਾਹੀਦੀ ਸੀ ਪਰ ਵਾਪਰ ਗਈ। ਇਹ ਬਹੁਤ ਮੰਦਭਾਗੀ ਹੈ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤਰ੍ਹਾਂ ਦੀਆਂ ਇਹ ਘਟਨਾਵਾਂ ਵਾਪਰਦੀਆਂ ਕਿਉਂ ਨੇ? ਕਿਸੇ ਦੀ ਕਿਹੜੇ ਧਰਮ ਵਿੱਚ ਆਸਥਾ ਹੈ, ਕਿਸੇ ਦੀ ਕਿਹੜੇ ਧਰਮ ਵਿੱਚ ਆਸਥਾ, ਮੈਂ ਉਸ ਪਾਸੇ ਵੱਲ ਨਹੀਂ ਜਾਂਦਾ, ਪਰ ਜਿਹੜੇ ਪ੍ਰਬੰਧਕ ਲੱਖਾਂ ਦਾ ਚੜਾਵਾ ਸਾਂਭਦੇ ਨੇ ਉਹਨਾਂ ਨੂੰ ਪ੍ਰਬੰਧਾਂ ਵਿੱਚ ਕਮੀ ਨਹੀਂ ਰੱਖਣੀ ਚਾਹੀਦੀ। ਪ੍ਰਬੰਧ ਬੰਦੋਬਸਤ ਸਾਰਾ ਪੂਰੇ ਹੋਣੇ ਚਾਹੀਦੇ ਨੇ। ਜੇ ਇਹ ਘਟਨਾ ਉੱਥੇ ਵਾਪਰੀ ਹੈ ਇਹਦੇ ਤੇ ਬਕਾਇਦਾ ਤੌਰ ਤੇ ਇਹਦੀ ਪੜਤਾਲ ਹੋਵੇ, ਕਿਉਂ ਵਾਪਰੀ, ਉਹਨਾਂ ਦੇ ਪ੍ਰਬੰਧਾਂ ਵਿੱਚ ਕਿਤੇ ਖਾਮੀਆਂ ਸਨ, ਇਸ ਕਰਕੇ ਉਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂ ਕਿ ਥੋੜਾ ਬਹੁਤਾ ਡਿਸਪਲਿਨ, ਇੱਕ ਸਾਡੇ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰ ਜਾਵੇ, ਕੋਈ ਬੰਦਾ ਵੈਰੀਫਾਈ ਨਹੀਂ ਕਰਦਾ, ਉਹਦੀ ਤਸਦੀਕ ਨਹੀਂ ਕਰਦਾ। ਅੰਗਰੇਜ਼ੀ ਦੀ ਕਹਾਵਤ ਹੈ ਕਿ ਇਟ ਇਜ਼ ਹੀਅਰਸੇ ਜੀ, ਇਹ ਸੁਣੀ ਸੁਣਾਈ ਗੱਲ ਹੈ। ਮੈਂ ਤੁਹਾਤੋਂ ਸੁਣ ਲਈ, ਅੱਗੇ ਛੱਡਤੀ, ਅੱਗੇ ਜੌਨਸਨ ਨੇ ਸਾਂਭ ਲਈ, ਜੌਨਸਨ ਸੁੱਖੀ ਨੂੰ ਛੱਡਿਆ ਆ। ਇਸ ਕਰਕੇ ਇਹ ਜਿਹੜੀ ਸੁਣੀ ਸੁਣਾਈ ਗੱਲ ਹੈ ਉਹਦੇ ਤੇ ਜਾਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਉਹਦੀ ਤਹਿ ਤੱਕ ਜਾਓ, ਉਹਦੀ ਅਸਲੀਅਤ ਪਤਾ ਕਰੋ, ਫਿਰ ਉਹਦੇ ਤੇ ਕੋਈ ਨਾ ਕੋਈ ਰਿਐਕਸ਼ਨ ਕਰਨਾ ਚਾਹੀਦਾ ਜੀ। ਢਿੱਲੋਂ ਜੀ, ਧਾਮੀ ਸਾਹਿਬ ਦਾ ਕਹਿਣਾ ਕਿ ਕੇਸਰੀ ਝੰਡਾ ਚਲਾਉਣ ਦਾ ਪ੍ਰੋਗਰਾਮ ਕੁਝ ਜਥੇਬੰਦੀਆਂ ਦਾ, ਅਸੀਂ 10 ਨੂੰ ਇਸ ਤੇ ਵਿਚਾਰ ਕਰਾਂਗੇ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, ਖਾਸ ਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤੇ ਮੈਂਬਰ ਪਾਰਲੀਮੈਂਟ ਨੇ, ਹੁਣ ਉਹਨਾਂ ਵੱਲੋਂ ਕਿਹਾ ਗਿਆ, ਕਈ ਹੋਰ ਗਰਮ ਖਿਆਲੀਆਂ ਨੇ ਵੀ ਆਇਆ ਕਿ ਅਸੀਂ ਕੇਸਰੀ ਨਿਸ਼ਾਨ ਚਲਾਉਣਾ ਹੈ। ਇਹਨੂੰ ਕਿਉਂ ਇਸ ਤਰ੍ਹਾਂ ਦੀ ਤੂਲ ਰੰਗਤ ਦਿੱਤੀ ਜਾ ਰਹੀ ਹੈ? ਪੰਜਾਬ ਨੇ ਬਹੁਤ ਸਾਰਾ ਸੰਤਾਪ ਹੰਢਾ ਲਿਆ, ਅਸੀਂ ਉਦੋਂ ਤੋਂ ਕੋਈ ਸਬਕ ਸਿੱਖਿਆ? ਉਹਨਾਂ ਘਰਾਂ 'ਚ ਜਾਓ ਜਿੱਥੇ ਅੱਜ ਤੋਂ 30 ਸਾਲ ਪਹਿਲਾਂ 70 ਵਿਸ਼ੇ ਸੀ, ਉਹ ਭਾਵੇਂ ਕਿਸੇ ਰੂਪ 'ਚ ਸੀ। ਸਾਨੂੰ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਜਿਹਦੇ ਨਾਲ ਵਿਰੋਧਤਾ ਪੈਦਾ ਹੁੰਦੀ ਹੋਵੇ। ਹੁਣ ਧਾਮੀ ਸਾਹਿਬ ਕਹਿੰਦੇ ਕੁਝ ਸਿੱਖ ਜਥੇਬੰਦੀਆਂ ਦਾ ਮਾਮਲਾ ਹੈ, ਅਸੀਂ ਤਾਂ ਇਹ 10 ਤਰੀਕ ਨੂੰ ਫੈਸਲਾ ਕਰਾਂਗੇ, ਤੁਸੀਂ 10 ਨੂੰ ਕਰ ਲਿਓ। ਲੋਕਾਂ ਦੇ ਵਿੱਚ ਇੱਕ ਚਰਚਾ ਕਿ ਹਾਲੇ ਤੱਕ ਧਾਮੀ ਸਾਹਿਬ ਨੇ ਸਿਆਸੀ ਪ੍ਰਭੂਆਂ ਤੋਂ ਇਸ ਮਾਮਲੇ 'ਚ ਕੀ ਕਰਨਾ ਹੈ ਉਹਦੀ ਜਾਣਕਾਰੀ ਪ੍ਰਾਪਤ ਨਹੀਂ ਕੀਤੀ। ਉਹ ਸਿਆਸੀ ਪ੍ਰਭੂ ਕੀ ਕਹਿੰਦੇ ਨੇ ਉਹਦੇ ਆਧਾਰ ਦੇ ਉੱਤੇ ਫਿਰ ਧਾਮੀ ਸਾਹਿਬ ਫੈਸਲਾ ਕਰਨਗੇ। ਜੀ,
ਜਸਟਿਸ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਦੀ ਧਰਮ ਤਬਦੀਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ। ਜਸਟਿਸ ਨਿਰਮਲ ਸਿੰਘ ਬਸੀ ਪਠਾਣਾ ਦੇ ਵਿਧਾਇਕ ਰਹੇ ਨੇ ਜੀ। ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਉਹ ਜੱਜ ਸਨ। ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਰਹੇ ਨੇ, ਫਰੀਦਕੋਟ ਤੋਂ ਵੀ ਰਹੇ ਨੇ, ਬਠਿੰਡੇ ਤੋਂ ਵੀ ਰਹੇ ਨੇ। ਉਹਨਾਂ ਦਾ ਕਹਿਣਾ ਕਿ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਡਿਊਟੀਆਂ ਨਹੀਂ ਨਿਭਾਈਆਂ। ਇਹੀ ਗੱਲ ਜਥੇਦਾਰ ਸਾਹਿਬ ਕਹਿੰਦੇ ਨੇ, ਉਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ। ਜਥੇਦਾਰ ਸਾਹਿਬ ਤਾਂ ਹੋਰ ਗਾਹਾਂ ਵੱਧ ਗਏ, ਕਹਿੰਦੇ ਕੁਝ ਸਿੱਖ ਹੀ ਸਿੱਖਾਂ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਜਥੇਦਾਰ ਸਾਹਿਬ ਨੂੰ ਵੀ ਇੱਕ ਪਰਿਵਾਰ ਦਾ ਖਾਸਾ ਫਿਕਰ ਹੈ। ਇਹ ਕਦੇ ਨਹੀਂ ਉਹਨਾਂ ਨੇ ਸੋਚਿਆ ਕਿ ਜਿਹੜਾ ਹੁਕਮਨਾਮਾ ਜਥੇਦਾਰ ਸਾਹਿਬ ਕਰਦੇ ਆ ਅਕਾਲ ਤਖਤ ਸਾਹਿਬ ਤੇ ਖਲੋ ਕੇ, ਉਹ ਉਹਨਾਂ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਉਹੀ ਨਹੀਂ ਲਾਗੂ ਕਰਦੇ। ਇਹਦੇ ਤੇ ਜਥੇਦਾਰ ਸਾਹਿਬ ਸੈਮੀਨਾਰ ਕਰਾਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਕਰਾਓ, ਵਿਦਵਾਨਾਂ ਨੂੰ ਬੁਲਾਓ ਤੇ ਫਿਰ ਸੱਚ ਸੁਣਨ ਦੀ ਸਮਰੱਥਾ ਰੱਖੋ ਸਾਰੇ ਜਣੇ। ਜਦੋਂ ਉਹ ਵਿਦਵਾਨ ਬੋਲਣ ਫਿਰ ਉਹ 'ਤੇ ਅਮਲ ਕਰ ਲਿਓ ਕਿ ਇਹ ਸਿੱਖ ਸੰਸਥਾਵਾਂ ਨੂੰ ਢਾਹ ਕਿਹਨੇ ਲਾਈ ਹੈ। ਕਹਿੰਦੇ ਸਿੱਖੀ ਸਿੱਖਾਂ ਦੇ ਖਿਲਾਫ ਨੇ। ਇਹ ਸਥਿਤੀ ਆਈ ਕਿਉਂ, ਉਹਦਾ ਅਸਲੀਅਤ ਸੁਣਨ ਦੀ ਜ਼ਰੂਰਤ ਰੱਖਿਓ ਸਾਰੇ ਜਣੇ, ਕਰਾਓ ਇਹਦੇ ਤੇ ਸੈਮੀਨਾਰ। ਜੀ। ਬੀਤੇ ਦਿਨੀ ਜਿਹੜੀ ਜੇਲ੍ਹ ਸਹਾਇਕ ਸੁਪਰਡੈਂਟ ਗ੍ਰਿਫਤਾਰ ਕੀਤਾ, ਉਸਦੇ ਘਰੋਂ ਜਦੋਂ ਤਲਾਸ਼ੀ ਲਈ ਗਈ ਤਾਂ ਉਸਦੇ ਘਰ ਦੇ ਵਿੱਚੋਂ 6 ਲੱਖ ਰੁਪਏ ਦੀ ਡਰੱਗ ਮਨੀ ਉਹ ਬਰਾਮਦ ਕੀਤੀ ਗਈ ਹੈ। ਕੱਲੀ 6 ਲੱਖ ਰੁਪਏ ਦੀ ਇਹ ਮਨੀ ਲਾਂਡਰਿੰਗ ਦੀ ਪੈਸੇ ਨਹੀਂ ਮਿਲੇ, ਉਹਦੇ ਘਰ ਤੋਂ ਸਮੈਕ ਵੀ ਪ੍ਰਾਪਤ ਹੋਈ ਹੈ। ਆਪ ਤਾਂ ਪੀਂਦਾ ਨਹੀਂ ਹੋਣਾ, ਇਹ ਜ਼ਰੂਰ ਜੇਲ੍ਹ ਦੇ ਵਿੱਚ ਪਹੁੰਚਾਉਂਦਾ ਸੀ। ਅੱਜ ਸਾਡੇ ਨਾਲ ਸ਼੍ਰੀ ਜੋਗੇਸ਼ ਕੁਮਾਰ ਹੈੱਡ ਜੇਲ੍ਹ ਵਾਰਡਨ ਜੁੜੇ ਸੀ ਪਹਿਲੇ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਜੀ ਜਿਹੜੇ ਚਹੇਤੇ ਹੁੰਦੇ ਆ ਇਹ ਜਿਹਾਂ ਦੇ, ਉਹਨਾਂ ਦੀ ਕੋਈ ਤਲਾਸ਼ੀ ਨਹੀਂ ਲੈਂਦਾ। ਜੇਲ੍ਹ ਦੇ ਵਿੱਚ ਕੋਈ ਵੀ ਵਿਅਕਤੀ ਜਾਵੇ, ਜੇਲ੍ਹ ਸੁਪਰਡੈਂਟ ਚਾਹੇ, ਉੱਥੇ ਪੱਤਾ ਨਹੀਂ ਹਿਲ ਸਕਦਾ। ਤੁਹਾਨੂੰ ਯਾਦ ਆਵੇਗਾ ਸ਼ੋਲੇ ਫਿਲਮ ਦੇ ਵਿੱਚ ਹਮ ਅੰਗਰੇਜ਼ੋਂ ਕੇ ਜਵਾਨੇ ਕੇ ਜੇਲਰ हैं असरानी ने भूमिका अदा की सी ते बोले सी हमारी जेल में परिंदा भी पर नहीं मार सकता ते कबूतर ओदी अख च वज्जिया सी आके। ये गल बिल्कुल ठीक है कि जे अथॉरिटी ईमानदार ते संजीदा है तो फिर नहीं उत्थे कोई चीज़ पर मार सकती। ये जदों ਬਾੜਾ ਖੇਤ ਨੂੰ ਖਾਣ ਲੱਗ ਜਾਣ, ਇਹ ਤਾਂ ਇੱਕ ਜੇਲ੍ਹ 'ਚੋਂ ਇੱਕ ਸਹਾਇਕ ਸੁਪਰਡੈਂਟ ਬਿਨੇ ਟਾਂਕ ਲੱਭਿਆ ਹੈ। ਬਾਕੀ ਜੇਲ੍ਹਾਂ 'ਚ ਵੀ ਇਹੋ ਜਿਹੇ ਬਿਨੇ ਟਾਂਕ ਬਥੇਰੇ ਬੈਠੇ ਹੋਣਗੇ, ਉਹਨਾਂ ਨੂੰ ਤਲਾਸ਼ ਕਰਨ ਦੀ ਜ਼ਰੂਰਤ ਹੈ। ਪੰਜਾਬ ਦੇ ਵਿੱਚ ਬੱਚਿਆਂ ਦੇ ਖਿਲਾਫ ਜੁਰਮ ਦੇ ਰੋਜ਼ਾਨਾ 6 ਜਿਹੜੇ ਕੇਸ ਉਹ ਹੋ ਰਹੇ ਨੇ। ਇਹ ਇੱਕ ਅਖਬਾਰ ਨੇ ਬੜੀ ਪ੍ਰਮੁੱਖਤਾ ਦੇ ਨਾਲ ਅੱਜ ਇਹ ਖਬਰ ਉਜਾਗਰ ਕੀਤੀ ਹੈ। ਹਰ ਰੋਜ਼ ਬੱਚਿਆਂ ਦੇ ਅਪਰਾਧ ਨਾਲ ਸੰਬੰਧਿਤ ਮਾਮਲੇ 6 ਪੰਜਾਬ 'ਚ ਹੋ ਰਹੇ ਨੇ। ਉਸੇ ਅਖਬਾਰ ਨੇ ਦੂਜਾ ਅੰਕੜਾ ਲਿਖਿਆ ਕਿ 13 ਸਾਡੇ ਗੁਆਂਢੀ ਰਾਜ ਹਰਿਆਣੇ 'ਚ ਹੋ ਰਹੇ ਨੇ ਜੀ। ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ, ਜਿਹਨੂੰ ਸਾਂਭਣ ਦੀ, ਦੇਖਣ ਦੀ ਜ਼ਰੂਰਤ ਹੈ। ਇਹਦੇ ਤਹਿ ਤੱਕ ਜਾਓ ਕਿ ਇਹ ਅਪਰਾਧਕ ਮਾਮਲੇ ਬੱਚਿਆਂ ਦੇ ਵਿੱਚ ਕਿਵੇਂ ਪੈਦਾ ਹੋ ਰਹੇ ਨੇ। ਅਸੀਂ 4 ਦਿਨ ਪਹਿਲਾਂ ਹੀ ਦੇਖਿਆ ਕਿ ਇੱਕ 12-13 ਸਾਲ ਦਾ ਬੱਚਾ ਕਿਵੇਂ ਬੈਂਕ ਕਰਮਚਾਰੀਆਂ ਦੀ ਅੱਖਾਂ 'ਚ ਧੂੜ ਸੁੱਟ ਕੇ 35 ਲੱਖ ਰੁਪਏ ਦਾ ਬੈਗ ਲੈ ਕੇ ਤੁਰਦਾ ਬਣਿਆ। ਹੁਣ ਲਕੀਰ ਨਿਕਲ ਜਾਂਦੀ ਹੈ, ਸੱਪ ਨਿਕਲ ਜਾਂਦਾ ਹੈ ਤੇ ਬਾਅਦ ਦੇ ਵਿੱਚ ਇੱਥੇ ਲਕੀਰਾਂ ਨੂੰ ਸੁੱਟੇ ਵੱਜੀ ਜਾਂਦੇ ਨੇ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।